ਸੱਚਖੰਡ। ਕਰਮਖੰਡ ਵਾਸੀ ਰੂਹਾਂ ਸੱਚਖੰਡ ਦੀ ਨਿਕਟ ਹਜ਼ੂਰੀ ਵਿੱਚ ਸਨਮੁਖ ਸੂਹੇ ਰਹਿੰਦੀਆਂ ਹਨ। ਵਾਸਤਵ ਵਿੱਚ ਕਰਮਖੰਡ ਅਤੇ ਸੱਚਖੰਡ ਅਭੇਦ ਰੂਪ ਹੀ ਹਨ। ਇਸ ਕਰਕੇ ਕਰਮਖੰਡ ਅਤੇ ਸੱਚਖੰਡ ਸ੍ਰੀ ਜਪਜੀ ਸਾਹਿਬ ਦੀ ਇੱਕੇ ਪੌੜੀ ਅੰਦਰ ਇਕੱਠੇ ਹੀ ਦਰਸਾਏ ਵਰਣਨ ਕੀਤੇ ਗਏ ਹਨ। ਯਥਾ ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਹਾ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨ ਕਥਨੇ ਜਾਹੇ, ਨਾ ਉਹ ਮਰੈ ਨ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋ, ਕਰੈ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰਭੰਡ, ਜੇ ਕੋ ਕਥੈ ਤ ਅੰਤ ਨ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਤਾਂ ਤੇ ਇਸ 37ਵੀਂ ਪੌੜੀ ਅੰਦਰ ਹੀ ਕਰਮਖੰਡ ਅਤੇ ਸੱਚਖੰਡ ਦੋਹਾਂ ਦਾ ਨਿਰਣਾ ਨਿਰਣਿਤ ਹੈ। ਕਰਮਖੰਡ ਦਾ ਦਰਵਾਜ਼ਾ ਸੱਚਖੰਡ ਦੀ ਅਤੀ ਨਿਕਟ ਸਮੀਪਤਾ ਵਿੱਚ ਸੋਹੇ ਸਨਮੁਖ ਹੀ ਖੁੱਲ੍ਹਾ ਹੈ। ਕਰਮਖੰਡ ਵਾਸੀ ਭਗਤ ਜਨ ਸੱਚਖੰਡ ਸੋਹੇ ਹੁੰਦੇ ਹੋਏ ਇੱਕ ਪ੍ਰਕਾਰ ਸੱਚਖੰਡ ਦਾ ਹੀ ਰਸ ਮਾਣਦੇ ਹਨ, ਅਰਥਾਤ ਸੁਰਤੀ ਕਰਕੇ ਉਹਨਾਂ ਦੀ ਸੱਚਖੰਡ ਵਿੱਚ ਪਹੁੰਚ ਹੁੰਦੀ ਹੈ। ਸੋ ਤਿੱਥੈ ਭਗਤ ਵਸੈ ਕੇ ਲੋ ਵਾਲੀ ਤੁਕ ਕਰਮਖੰਡ ਅਤੇ ਸੱਚਖੰਡ ਦੀ ਦੇਹੁਰੀ ਦੀਪਕ ਸਾਂਝੀ ਹੀ ਸਾਂਝਤਾ ਰੱਖਦੀ ਹੈ। ਸੱਚਖੰਡ ਵਾਸੀ ਭਗਤ ਰਸਾਲਿਆਂ ਦੇ ਵੀ ਬੇਅੰਤ ਲਸ਼ਕਰ ਪਰਿਵਾਰ ਹਨ, ਜਿਨ੍ਹਾਂ ਦਾ ਸ਼ੁਮਾਰ ਪਾਰਾਵਾਰ ਨਹੀਂ। ਇਹ ਕੇ ਲੋਈ ਭਗਤ ਜਨ ਸੱਚੇ ਵਾਹਿਗੁਰੂ ਦੀ ਪਰਮ ਆਨੰਦਮਈ ਭਗਤੀ ਦਾ ਮਹਾਰਸ ਮਾਣ ਸਦਾ ਕੰਤੂਹਲ ਕਰਦੇ ਰਹਿੰਦੇ ਹਨ। ਕਿੱਥੇ? ਜਿੱਥੇ ਸੱਚਾ ਨਿਰੰਕਾਰ ਸੱਚਖੰਡ ਵਿੱਚ ਵਸਦਾ ਹੈ ਅਤੇ ਨਦਰੀ ਨਦਰ ਨਿਹਾਲਨੀ ਦ੍ਰਿਸ਼ਟੀ ਕਰ ਕਰ ਆਪਣੇ ਭਗਤ ਜਨਾਂ ਨੂੰ ਵੇਖ ਵੇਖ ਵਿਗਸਦਾ ਹੈ। ਤਿੱਥੈ ਸੱਚਖੰਡ ਤੋਂ ਸਾਰੇ ਬੇਅੰਤ ਖੰਡ ਮੰਡਲ ਵਰਭੰਡਾਂ ਦਾ ਨਜ਼ਾਰਾ ਪ੍ਰਗਟ ਪਹਾਰੇ ਦਿਸਦਾ ਹੈ। ਸਮੂਹ ਖੰਡ ਮੰਡਲ ਬ੍ਰਹਿਮੰਡ ਅਕਾਲ ਪੁਰਖ ਦੇ ਵਿਰਾਟ ਸਰੂਪ ਵਜੂਦ ਵਿੱਚ ਹੀ ਸਮਾਏ ਹੋਏ ਹਨ। ਭਿੰਨ ਹੁੰਦੇ ਹੋਏ ਵੀ ਅਭਿੰਨ ਨਜ਼ਰੀ ਆਉਂਦੇ ਹਨ। ਇਤਨੇ ਅਨੇਕਾਂ ਖੰਡ ਮੰਡਲ ਬ੍ਰਹਿਮੰਡ ਦਿਸਦੇ ਹਨ ਕਿ ਜਿਨ੍ਹਾਂ ਨੂੰ ਜੇ ਕੋਈ ਕਥਨ ਲੱਗੇ ਤਾਂ ਅੰਤ ਨਹੀਂ ਆਉਂਦਾ। ਤਿੰਨਾਂ ਦੇ ਅੰਤ ਦਾ ਵੀ ਅੰਤ ਨਹੀਂ ਆਉਂਦਾ। ਨਿਰੰਕਾਰ ਦੀ ਰਚਨਾ ਅੰਦਰ ਬੇਅੰਤ ਲੋਆਂ ਦੀਪਾਂ ਮੰਡਲਾਂ ਦੀ ਸਾਕਾਰ ਅਤੇ ਨਿਰਾਕਾਰੀ ਰਚਨਾ ਪਰੇ ਤੋਂ ਪਰੇ ਹੈ। ਜਿਵੇਂ ਜਿਵੇਂ ਸੱਚੇ ਨਿਰੰਕਾਰ ਪਰਿਪੂਰਨ ਪਰਮਾਤਮਾ ਦਾ ਹੁਕਮ ਹੈ, ਤਿਵੇਂ ਤਿਵੇਂ ਇਹ ਨਿਰਾਕਾਰੀ ਸਾਕਾਰੀ ਰਚਨਾ ਦੀ ਕਾਰ ਹੋਈ ਹੈ ਅਤੇ ਦੁਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਓ ਦੇ ਗੁਰਵਾਕ ਅਨੁਸਾਰ ਆਪਣੀ ਰਚਨਾ ਨੂੰ ਵੇਖ ਵੇਖ ਅਤੇ ਵਿਚਾਰ ਵਿਚਾਰ ਰਚਨਹਾਰ ਕਰਤਾਰ ਨਿਰੰਕਾਰ ਵਿਗਸਦਾ ਹੈ। ਸੱਚਖੰਡ ਵਾਸੀ ਭਗਤ ਜਨ ਵੀ ਇਸ ਸਾਰੀ ਅਦਭੁਤ ਰਚਨਾ ਨੂੰ ਬਿਸਮਾਦ ਰੰਗਾਂ ਵਿੱਚ ਵੇਖ ਵੇਖ ਵਿਗਸਦੇ ਹਨ, ਪਰ ਇਸ ਨੂੰ ਕਥਨੀ ਦੁਆਰਾ ਆਖਣ ਭਾਖਣ ਦੀ ਕੁਦਰਤ ਨਹੀਂ ਰੱਖਦੇ, ਕਿਉਂਕਿ ਇਸ ਤਤਸਾਰ ਕਥਨਾਰ ਦਾ ਕਥਨ ਅਤਿਅੰਤ ਹੀ ਕਰੜਾ ਬੜਾ ਹੀ ਔਖਾ ਹੈ। ਤਿੱਥੈ ਭਗਤ ਵਸੈ ਕੇ ਲੋ, ਕਰੈ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ ਦੇ ਭਾਵ ਦੀ ਐਨ ਅਨੁਕੂਲਤਾ ਦੇ ਭਾਵ ਵਾਲਾ ਪ੍ਰੋੜਤਾ ਪੂਰਬਕ ਹੇਠ ਲਿਖਿਆ ਗੁਰਵਾਕ ਹੈ। ਯਥਾ ਸਹਿਜ ਸਿਫਤ ਭਗਤ ਤਤ ਗਿਆਨਾ, ਸਦਾ ਆਨੰਦ ਨਿਹਚਲ ਸਚ ਥਾਨਾ, ਤਹਾਂ ਸੰਗਤ ਸਾਧ ਗੁਣ ਰਸੈ, ਅਨਭਉ ਨਗਰ ਤਹਾਂ ਸਦ ਵਸੈ, ਤਹਿ ਭਉ ਭਰਮਾ ਸੋਗ ਨ ਚਿੰਤਾ, ਆਵਣ ਜਾਵਣ ਮਿਰਤ ਨ ਹੋਤਾ, ਤਹਿ ਸਦਾ ਆਨੰਦ ਅਨਹਤ ਆਖਾਰੇ, ਭਗਤ ਵਸੈ ਕੀਰਤਨ ਆਧਾਰੇ, ਪਾਰ ਬ੍ਰਹਮ ਕਾ ਅੰਤ ਨ ਪਾਰ, ਕੌਣ ਕਰੈ ਤਾ ਕਾ ਵਿਚਾਰ, ਕਉ ਨਾਨਕ ਜਿਸ ਕਿਰਪਾ ਕਰੈ, ਨਿਹਚਲ ਥਾਨ ਸਾਧ ਸੰਗ ਤਰੈ। ਇਹ ਸਭ ਸੱਚਖੰਡ ਦਾ ਵਰਣਨ ਹੈ। ਤਿੱਥੈ ਸੱਚਖੰਡ ਵਿਖੇ ਸਦਾ ਹੀ ਸਹਿਜ ਸਿਫਤ ਸਲਾਹ ਦੇ ਪ੍ਰਵਾਹ ਚੱਲਦੇ ਰਹਿੰਦੇ ਹਨ। ਤਿੱਥੈ ਹੀ ਸੱਚੀ ਭਗਤੀ ਦਾ ਤਤ ਗਿਆਨਮਈ ਆਨੰਦ ਆਉਂਦਾ ਹੈ। ਸੱਚੇ ਆਨੰਦ ਸਦਾ ਆਨੰਦ ਦੀ ਮੌਜ ਬਹਾਰ ਤਿੱਥੇ ਸਦਾ ਹੀ ਬਣੀ ਰਹਿੰਦੀ ਹੈ। ਤਦੇ ਹੀ ਇਹ ਸੱਚਖੰਡ ਅਸਥਾਨ ਸਦੀਵੀ ਆਨੰਦਮਈ ਸਦਾ ਨਿਹਚਲ ਥਾਨ ਹੈ। ਅਰਥਾਤ ਤਿਸ ਅਸਥਾਨ ਤਿਸ ਨਿਹਚਲ ਸੱਚ ਥਾਨ ਸੱਚਖੰਡ ਵਿਖੇ ਸਦਾ ਹੀ ਸਤਸੰਗ ਸੱਚਾ ਸਤਸੰਗ ਬਣਿਆ ਰਹਿੰਦਾ ਹੈ। ਸੱਚਖੰਡ ਦੀ
ਤਿਸ ਸੱਚੀ ਸਾਧ ਸੰਗਤ ਵਿੱਚ ਸਦਾ ਹੀ ਰਸਾਲ ਗੁਣਾਂ ਦਾ ਅੰਮ੍ਰਿਤ ਝਰਨਾ ਝਰਦਾ ਰਹਿੰਦਾ ਹੈ। ਤਿੱਥੇ ਭਗਤ ਰਸਾਲਿਆਂ ਦਾ ਅਨੁਭਵ ਨਗਰ ਅਖੈ ਨਿਹਚਲਾ ਸੰਯੁਕਤਾ ਵਸਿਆ ਰਸਿਆ ਹੋਇਆ ਹੈ। ਇਸ ਅਗੰਮੀ ਦਿਵ ਮੰਡਲ ਮੁਜੱਸਮ ਜੋਤ ਤੇ ਜਸਵੀ ਨਗਰ ਦੇ ਨਿਵਾਸੀਆਂ ਭਗਤਾਂ ਨੂੰ ਨਿਰੰਕਾਰ ਵਾਹਿਗੁਰੂ ਦਾ ਸਦਾ ਸਨਮੁਖੀ ਦੀਦਾਰ ਸਾਖਸ਼ਾਤਕਾਰ ਅਨੁਭਵ ਦਿਵ ਦਰਸਾਰ ਬਣਿਆ ਹੀ ਰਹਿੰਦਾ ਹੈ। ਤਾਂ ਹੀ ਤੇ ਇਹ ਸੱਚਖੰਡ ਨਿਰੰਕਾਰ ਦਾ ਸਾਖਸ਼ਾਤ ਅਨੁਭਵ ਨਗਰ ਹੈ। ਤਿਸ ਸੱਚਖੰਡੀ ਅਨੁਭਵ ਨਗਰ ਵਿਖੇ ਨਾ ਭਉ ਹੈ, ਨਾ ਤਿੱਥੇ ਕਦੇ ਮੌਤ ਹੈ। ਮੌਤ ਮਿਰਤ ਤਿੱਥੇ ਕਦੇ ਹੁੰਦੀ ਹੀ ਨਹੀਂ। ਤ੍ਰੈਗੁਣੀ ਭਉ ਭਰਮ ਸੋਗ ਚਿੰਤਾ ਅਤੇ ਆਵਾਗਾਉਣ ਦੇ ਸਿਲਸਿਲੇ ਦਾ ਤਿੱਥੇ ਨਮੂਦ ਹੀ ਨਹੀਂ। ਤਿੱਥੇ ਸੱਚਖੰਡ ਵਿਖੇ ਸਦਾ ਆਨੰਦ ਅਨਹਤ ਅਖਾੜੇ ਭਗਤ ਜਨਾਂ ਦੇ ਸ਼ਸ਼ੋਭਤ ਹੀ ਰਹਿੰਦੇ ਹਨ। ਤਿਨਾਂ ਆਨੰਦ ਅਨਹਤ ਅਖਾੜਿਆਂ ਵਿਖੇ ਕਰੈ ਆਨੰਦ ਆਨੰਦੀ ਮੇਰਾ, ਘਟ ਘਟ ਪੂਰਨ ਸਿਰ ਸਿਰੈ ਨਿਬੇਰਾ, ਸਿਰ ਸ਼ਾਹਾਂ ਕੈ ਸੱਚਾ ਸਾਹਿਬ, ਅਵਰ ਨਾਹੀਂ ਕੋ ਦੂਜਾ ਹੈ। ਦਾ ਆਨੰਦ ਮਗਨੀ ਦਰਸ ਝਾਕਾ ਹਜ਼ੂਰ ਆਬਾਦਾਨੀ ਮਾਮੂਰ ਜਨਾਂ ਨੂੰ ਸਿਫਤ ਸਵਾਲਿਓ ਸਰੂਪਮਈ ਕੀਰਤਨ ਕੰਤੂਹਲਤਾ ਵਿੱਚ ਸਦਾ ਮਖਮੂਰ ਰੱਖਦਾ ਹੈ। ਤਿੱਥੇ ਦੇ ਵਾਸੀ ਭਗਤ ਜਨ ਕੇਵਲ ਕੀਰਤਨ ਆਧਾਰ ਦੁਆਰਾ ਹੀ ਵਸ ਰਸ ਕੇ ਜੀਵਦੇ ਹਨ। ਤਿੱਥੇ ਦੇ ਵਾਸੀਆਂ ਨੂੰ ਵਾਸਤਵ ਵਿੱਚ ਅਸਲੀਅਤ ਅੰਤਰੀਵੀ ਅਰਥਾਂ ਵਿੱਚ ਪਾਰ ਬ੍ਰਹਮ ਕਾ ਅੰਤ ਨਾ ਪਾਰ ਦੇ ਤੱਤ ਗਿਆਨ ਦਾ ਇੰਕਸ਼ਾਫ ਹੁੰਦਾ ਹੈ। ਸੱਚਖੰਡ ਵਾਸੀਆਂ ਦੀ ਅਨੁਭਵ ਇੰਕਸ਼ਾਫੀ ਦਿਵ ਦ੍ਰਿਸ਼ਟ ਹੀ ਪਾਰ ਬ੍ਰਹਮ ਦੀ ਬੇਅੰਤਤਾ ਅਤੇ ਪਾਰਸ ਪ੍ਰਭਾ ਨੂੰ ਸਾਂਗੋ ਪਾਂਗ ਲੱਖ ਸਕਦੀ ਹੈ। ਸੱਚਖੰਡ ਵਾਸੀਆਂ ਨੂੰ ਵਾਹਿਗੁਰੂ ਨਿਰੰਕਾਰ ਸੱਚਖੰਡ ਵਿੱਚ ਸਾਮਰਤਕ ਦਰਸ਼ਨਾਂ ਵਿੱਚ ਵਸਦਾ ਹੋਇਆ, ਸਰਬ ਵਿਆਪਕਤਾ ਦੀ ਬੇਅੰਤਤਾ ਵਿੱਚ ਰਮਿਆ ਹੋਇਆ ਪ੍ਰਤੱਖ ਜਲਵਾਗਰ ਦਿਸਦਾ ਹੈ। ਤਿੰਨਾਂ ਨੂੰ ਹੀ ਇੱਕ ਦੇਸੀ ਅਤੇ ਸਰਬ ਦੇਸੀ ਪਰਮਾਤਮਾ ਦਾ ਰਮਣ ਭੇਦ ਅਤੇ ਪਾਰ ਬ੍ਰਹਮ ਦੀ ਜੋਤ ਜਲਵਣੀ ਬੇਅੰਤਤਾ ਦਾ ਜ਼ਹੂਰ ਆਸ਼ਕਾਰ ਹੁੰਦਾ ਹੈ। ਨਹੀਂ ਤਾਂ ਤਿਨਾਂ ਬਿਨਾਂ ਕੌਣ ਕਰੇ ਤਾ ਕਾ ਵਿਚਾਰ। ਅਲਪਗ ਗਿਆਨ ਵਿਚਾਰੀਆਂ ਤੋਂ ਸਰਬੱਗ ਪਰਮਾਤਮਾ ਪਾਰ ਬ੍ਰਹਮ ਦੀ ਵਿਚਾਰ ਹੋ ਹੀ ਨਹੀਂ ਸਕਦੀ। ਕਰੇ ਤਾਂ ਕੌਣ ਕਰੇ, ਬਿਨਾਂ ਸੱਚਖੰਡ ਪੁੱਗ ਖਲੋਤੇ ਅਤੇ ਸੱਚਖੰਡ ਵਾਸੀ ਨਿਰੰਕਾਰ ਸੇਤੀ ਇਕਮਿਕ ਹੋਏ ਜੀਵਨ ਮੁਕਤ ਭਗਤ ਜਨਾਂ ਦੇ, ਜਿਨ੍ਹਾਂ ਉੱਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੁੰਦੀ ਹੈ। ਸਹੀ ਇਸ ਨਿਹਚਲ ਥਾਨ ਸੱਚਖੰਡੀ ਸਾਧ ਸੰਗਤ ਦੇ ਤਾਰੂ ਪਾਣ ਹੋ ਕੇ ਬੇਅੰਤਤਾ ਦੀ ਤਤ ਪਰਮਾਰਥੀ ਹਕੀਕਤ ਮਾਰਫਤ ਦੇ ਜਾਣੂ ਲੱਖਣ ਹਾਰੇ ਹੁੰਦੇ ਹਨ।